ਸਤਿ ਸ਼੍ਰੀ ਅਕਾਲ ਜੀ। ਕਦੇ ਸੋਚਿਆ ਹੈ ਕਿ ਕੁਝ ਸ਼ਬਦ ਜਦੋਂ ਇਕੱਠੇ ਹੁੰਦੇ ਨੇ ਤਾਂ ਇੱਕ ਪੂਰਾ ਮਤਲਬ ਕਿਵੇਂ ਬਣਾ ਲੈਂਦੇ ਨੇ, ਜਦਕਿ ਕਈ ਵਾਰੀ ਉਹੀ ਸ਼ਬਦ ਬਸ ਐਵੇਂ ਖਿਲਰੇ ਪੁਲਰੇ ਜਿਹੇ ਲੱਗਦੇ ਨੇ। ਇਸ ਸਭ ਦੇ ਪਿੱਛੇ ਇੱਕ ਬਲੂਪ੍ਰਿੰਟ ਹੁੰਦਾ ਹੈ, ਇੱਕ ਪੂਰਾ ਢਾਂਚਾ। ਤੇ ਅੱਜ ਆਪਾਂ ਪੰਜਾਬੀ ਵਾਕ ਦੇ ਇਸੇ ਬਲੂਪ੍ਰਿੰਟ ਨੂੰ, ਇਸ ਦੀ ਬਣਤਰ ਨੂੰ ਪਰਤ ਦਰ ਪਰਤ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਹੀ ਸਵਾਲ ਉੱਠਦਾ ਹੈ ਕਿ ਆਖਿਰ ਸ਼ਬਦਾਂ ਦਾ ਇੱਕ ਸਮੂਹ, ਇੱਕ ਗਰੁੱਪ ਪੂਰਾ ਵਾਕ ਬਣਦਾ ਕਦੋਂ ਹੈ? ਕਿ ਸਿਰਫ ਕੁਝ ਸ਼ਬਦਾਂ ਨੂੰ ਇਕੱਠੇ ਰੱਖ ਦੇਣਾ ਹੀ ਕਾਫੀ ਹੈ? ਨਹੀਂ, ਬਿਲਕੁਲ ਨਹੀਂ। ਇਸ ਦੇ ਪਿੱਛੇ ਇੱਕ ਪੂਰਾ ਸਿਸਟਮ ਹੈ, ਇੱਕ ਢਾਂਚਾ, ਕੁਝ ਨਿਯਮ ਨੇ ਜਿਹੜੇ ਇਹਨਾਂ ਸ਼ਬਦਾਂ ਨੂੰ ਇੱਕ ਸਹੀ ਅਰਥ ਦਿੰਦੇ ਨੇ। ਠੀਕ ਹੈ, ਤਾਂ ਇਸ ਪੂਰੇ ਬਲੂਪ੍ਰਿੰਟ ਨੂੰ ਸਮਝਣ ਲਈ ਆਪਾਂ ਇਸ ਸਫ਼ਰ ਨੂੰ ਕੁਝ ਹਿੱਸਿਆਂ ਵਿੱਚ ਵੰਡਿਆ ਹੈ। ਪਹਿਲਾਂ ਆਪਾਂ ਵਾਕ ਦੇ ਅਰਥ ਤੇ ਉਸ ਦੀ ਪਰਿਭਾਸ਼ਾ ਤੇ ਗੱਲ ਕਰਾਂਗੇ, ਫਿਰ ਵੇਖਾਂਗੇ ਕਿ ਇਸ ਦੇ ਦੋ ਮੁੱਖ ਹਿੱਸੇ ਕਿਹੜੇ ਹੁੰਦੇ ਨੇ, ਉਸ ਤੋਂ ਬਾਅਦ ਇਸ ਦੇ ਅੰਦਰੂਨੀ ਅੰਗਾਂ ਨੂੰ ਹੋਰ ਡੂੰਘਾਈ ਨਾਲ ਜਾਣਾਂਗੇ ਤੇ ਅਖੀਰ ਵਿੱਚ ਇਸ ਦੀ ਬਣਤਰ ਦੇ ਹਿਸਾਬ ਨਾਲ ਵਾਕ ਦੀਆਂ ਤਿੰਨ ਮੁੱਖ ਕਿਸਮਾਂ ਨੂੰ ਸਮਝਾਂਗੇ, ਜਿਵੇਂ ਸਾਧਾਰਣ, ਸੰਯੁਕਤ ਤੇ ਮਿਸ਼ਰਿਤ। ਤਾਂ ਚਲੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਪਹਿਲੇ ਸੈਕਸ਼ਨ ਤੋਂ, ਵਾਕ ਦਾ ਅਰਥ ਤੇ ਪਰਿਭਾਸ਼ਾ। ਮਤਲਬ ਕਿ ਇੱਕ ਵਾਕ ਦਾ ਅਸਲੀ ਮਤਲਬ ਹੈ ਕੀ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਪੂਰੇ ਬਲੂਪ੍ਰਿੰਟ ਦੀ ਨੀਂਹ ਹੈ। ਜੇ ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਉੱਪਰ ਦੀ ਇਮਾਰਤ ਟਿਕੇਗੀ, ਹੈ ਨਾ? ਤਾਂ ਗੱਲ ਬੜੀ ਸਿੱਧੀ ਜਿਹੀ ਹੈ। ਵਾਕ ਸ਼ਬਦਾਂ ਦਾ ਇੱਕ ਅਜਿਹਾ ਸਮੂਹ ਹੁੰਦਾ ਹੈ ਜਿਸ ਨੂੰ ਇੱਕ ਖਾਸ ਤਰਤੀਬ, ਇੱਕ ਖਾਸ ਆਰਡਰ ਵਿੱਚ ਰੱਖਿਆ ਜਾਂਦਾ ਹੈ ਤਾਂ ਕਿ ਉਸ ਦਾ ਕੋਈ ਪੂਰਾ ਤੇ ਸਾਰਥਕ ਅਰਥ ਨਿਕਲ ਸਕੇ। ਇੱਥੇ ਧਿਆਨ ਦੇਣ ਵਾਲੀ ਗੱਲ ਸਾਰਥਕ ਅਰਥ ਹੈ, ਮਤਲਬ ਗੱਲ ਪੂਰੀ ਸਮਝ ਆਣੀ ਚਾਹੀਦੀ ਹੈ। ਜੇ ਗੱਲ ਅਧੂਰੀ ਹੈ, ਮਤਲਬ ਪੂਰਾ ਨਹੀਂ ਨਿਕਲ ਰਿਹਾ, ਤਾਂ ਉਹ ਸ਼ਬਦਾਂ ਦਾ ਝੁੰਡ ਸਿਰਫ ਇੱਕ ਵਾਕਾਂਸ਼ ਹੋ ਸਕਦਾ ਹੈ, ਪੂਰਾ ਵਾਕ ਨਹੀਂ। ਠੀਕ ਹੈ, ਤਾਂ ਹੁਣ ਸਾਨੂੰ ਇਹ ਤਾਂ ਪਤਾ ਲੱਗ ਗਿਆ ਹੈ ਕਿ ਵਾਕ ਇੱਕ ਪੂਰਾ ਵਿਚਾਰ ਹੈ। ਪਰ ਸਵਾਲ ਇਹ ਹੈ ਕਿ ਇਹ ਵਿਚਾਰ ਬਣਦਾ ਕਿਵੇਂ ਹੈ? ਇਸ ਦੀ ਬਣਤਰ ਕੀ ਹੈ? ਦੇਖੋ, ਹਰ ਇੱਕ ਵਾਕ, ਭਾਵੇਂ ਉਹ ਕਿੰਨਾ ਵੀ ਛੋਟਾ ਹੋਵੇ ਜਾਂ ਕਿੰਨਾ ਵੀ ਵੱਡਾ ਤੇ ਗੁੰਝਲਦਾਰ, ਉਹ ਦੋ ਮੁੱਖ ਥੰਮਾਂ, ਦੋ ਪਿਲਰਾਂ ਤੇ ਖੜਾ ਹੁੰਦਾ ਹੈ। ਤੇ ਇਹ ਦੋ ਥੰਮ ਕਿਹੜੇ ਨੇ? ਇਹ ਹਨ ਉਦੇਸ਼ ਤੇ ਵਿਧੇਯ। ਬਹੁਤ ਸੌਖਾ ਹੈ। ਉਦੇਸ਼ ਯਾਨੀ ਕਿ ਵਾਕ ਦਾ ਸਬਜੈਕਟ, ਇਹ ਵਾਕ ਦਾ ਉਹ ਹਿੱਸਾ ਹੈ ਜਿਸ ਬਾਰੇ ਗੱਲ ਹੋ ਰਹੀ ਹੈ, ਤੇ ਵਿਧੇਯ ਯਾਨੀ ਕਿ ਪ੍ਰੈਡੀਕੇਟ, ਇਹ ਉਹ ਹਿੱਸਾ ਹੈ ਜੋ ਉਦੇਸ਼ ਬਾਰੇ ਯਾਨੀ ਸਬਜੈਕਟ ਬਾਰੇ ਕੁਝ ਦੱਸ ਰਿਹਾ ਹੈ। ਜੇ ਬਿਲਕੁਲ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਇੱਕ ਹਿੱਸਾ ਦੱਸਦਾ ਹੈ ਕੌਣ ਜਾਂ ਕੀ, ਤੇ ਦੂਜਾ ਹਿੱਸਾ ਦੱਸਦਾ ਹੈ ਕਿ ਉਹ ਕੀ ਕਰ ਰਿਹਾ ਹੈ। ਠੀਕ ਹੈ, ਤਾਂ ਹੁਣ ਆਪਾਂ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ। ਇਹ ਜਿਹੜੇ ਦੋ ਵੱਡੇ ਥੰਬ ਨੇ, ਉਦੇਸ਼ ਤੇ ਵਿਧੇਯ, ਇਹ ਖੁਦ ਵੀ ਤਾਂ ਕਿਸੇ ਚੀਜ਼ ਦੇ ਬਣੇ ਹੋਣਗੇ, ਹਨਾ? ਤਾਂ ਚਲੋ ਹੁਣ ਇਹਨਾਂ ਥੰਮਾਂ ਨੂੰ ਵੀ ਤੋੜ ਕੇ ਵੇਖੀਏ ਤੇ ਉਹਨਾਂ ਛੋਟੀਆਂ-ਛੋਟੀਆਂ ਇੱਟਾਂ ਨੂੰ ਸਮਝੀਏ ਜਿਨ੍ਹਾਂ ਨੂੰ ਆਪਾਂ ਵਾਕ ਦੇ ਅਸਲੀ ਬਿਲਡਿੰਗ ਬਲਾਕਸ ਕਹਿ ਸਕਦੇ ਹਾਂ। ਇਹ ਦੇਖੋ, ਇੱਥੇ ਪੂਰਾ ਢਾਂਚਾ ਸਾਡੇ ਸਾਹਮਣੇ ਹੈ। ਸਭ ਤੋਂ ਉੱਤੇ ਹੈ ਪੂਰਾ ਵਾਕ, ਫਿਰ ਉਹ ਟੁੱਟਦਾ ਹੈ ਦੋ ਮੁੱਖ ਹਿੱਸਿਆਂ ਵਿੱਚ, ਉਦੇਸ਼ ਤੇ ਵਿਧੇਯ। ਤੇ ਫਿਰ ਇਹ ਦੋਵੇਂ ਹਿੱਸੇ ਅੱਗੇ ਹੋਰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੇ ਜਾਂਦੇ ਨੇ, ਜਿਵੇਂ ਕਿ ਕਰਤਾ ਤੇ ਉਸ ਦਾ ਵਿਸਤਾਰ, ਤੇ ਦੂਜੇ ਪਾਸੇ ਕਰਮ, ਕਿਰਿਆ, ਪੂਰਕ। ਮਤਲਬ ਇੱਕ ਪੂਰਾ ਲੜੀਵਾਰ ਢਾਂਚਾ ਹੈ, ਇੱਕ ਹਾਇਰਾਰਕੀ ਹੈ। ਤਾਂ ਆਓ ਇਹਨਾਂ ਮੁੱਖ ਬਿਲਡਿੰਗ ਬਲਾਕਸ ਨੂੰ ਇੱਕ-ਇੱਕ ਕਰਕੇ ਜਾਣੀਏ। ਸਭ ਤੋਂ ਪਹਿਲਾਂ ਕਰਤਾ ਯਾਨੀ ਕਿ ਕੰਮ ਕਰਨ ਵਾਲਾ, ਫਿਰ ਹੈ ਕਰਮ ਯਾਨੀ ਜਿਸ ਉਤੇ ਕੰਮ ਦਾ ਅਸਰ ਹੋ ਰਿਹਾ ਹੈ। ਕਿਰਿਆ ਤਾਂ ਸਭ ਨੂੰ ਪਤਾ ਹੀ ਹੈ, ਅਸਲ ਕੰਮ, ਐਕਸ਼ਨ। ਪੂਰਕ ਉਹ ਸ਼ਬਦ ਹੈ ਜੋ ਕਈ ਵਾਰ ਕਿਰਿਆ ਦੇ ਅਰਥ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ। ਤੇ ਅਖੀਰ ਵਿੱਚ ਹੈ ਵਿਸਤਾਰ ਯਾਨੀ ਉਹ ਵਾਧੂ ਸ਼ਬਦ ਜੋ ਕਰਤਾ ਜਾਂ ਕਰਮ ਬਾਰੇ ਸਾਨੂੰ ਹੋਰ ਜਾਣਕਾਰੀ ਦਿੰਦੇ ਨੇ। ਚਲੋ ਹੁਣ ਇਸ ਸਾਰੀ ਥਿਊਰੀ ਨੂੰ ਇੱਕ ਅਸਲੀ ਉਦਾਹਰਨ ਨਾਲ ਸਮਝਦੇ ਹਾਂ ਤਾਂ ਗੱਲ ਹੋਰ ਵੀ ਸਾਫ਼ ਹੋ ਜਾਵੇਗੀ। ਸਾਡੇ ਕੋਲ ਵਾਕ ਹੈ, ਸ਼ਹੀਦ ਨੌਜਵਾਨ ਭਗਤ ਸਿੰਘ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ। ਹੁਣ ਆਪਾਂ ਅਗਲੀਆਂ ਕੁਝ ਸਲਾਈਡਾਂ ਵਿੱਚ ਇਸੇ ਵਾਕ ਦੀ ਚੀਰਫਾੜ ਕਰਾਂਗੇ ਤੇ ਇਸ ਦੇ ਸਾਰੇ ਹਿੱਸੇ ਵੱਖ-ਵੱਖ ਕਰਕੇ ਵੇਖਾਂਗੇ। ਚਲੋ ਸਭ ਤੋਂ ਪਹਿਲਾਂ ਵਾਕ ਦੇ ਪਹਿਲੇ ਹਿੱਸੇ ਯਾਨੀ ਉਦੇਸ਼ ਨੂੰ ਵੇਖਦੇ ਹਾਂ। ਇਸ ਵਾਕ ਵਿੱਚ ਮੁੱਖ ਕਰਤਾ ਕੌਣ ਹੈ, ਮਤਲਬ ਕੰਮ ਕੌਣ ਕਰ ਰਿਹਾ ਹੈ? ਉਹ ਹਨ ਭਗਤ ਸਿੰਘ। ਪਰ ਉਹਨਾਂ ਦੇ ਨਾਂ ਤੋਂ ਪਹਿਲਾਂ ਸ਼ਹੀਦ ਨੌਜਵਾਨ ਵੀ ਲਿਖਿਆ ਹੈ। ਤਾਂ ਇਹ ਕੀ ਹੈ? ਇਹ ਕਰਤਾ ਦਾ ਵਿਸਤਾਰ ਹੈ। ਇਹ ਉਹ ਸ਼ਬਦ ਨੇ ਜੋ ਸਾਨੂੰ ਕਰਤਾ ਯਾਨੀ ਭਗਤ ਸਿੰਘ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ। ਠੀਕ ਹੈ, ਉਦੇਸ਼ ਤਾਂ ਸਮਝ ਆ ਗਿਆ। ਹੁਣ ਵਾਕ ਦੇ ਦੂਜੇ ਹਿੱਸੇ ਯਾਨੀ ਵਿਧੇਯ ਤੇ ਆਉਂਦੇ ਹਾਂ। ਇੱਥੇ ਸਵਾਲ ਹੈ ਕਿ ਭਗਤ ਸਿੰਘ ਨੇ ਕੀ ਕੀਤਾ? ਉਹਨਾਂ ਨੇ ਸੰਦੇਸ਼ ਦਿੱਤਾ। ਤਾਂ ਸੰਦੇਸ਼ ਦਿੱਤਾ ਸਾਡੀ ਕਿਰਿਆ ਹੋ ਗਈ। ਤੇ ਇਹ ਸੰਦੇਸ਼ ਕਿਸ ਨੂੰ ਦਿੱਤਾ ਗਿਆ? ਨੌਜਵਾਨਾਂ ਨੂੰ। ਤਾਂ ਨੌਜਵਾਨਾਂ ਨੂੰ ਸਾਡਾ ਕਰਮ ਹੈ। ਦੇਖਿਆ ਕਿਵੇਂ ਸਾਰੇ ਟੁਕੜੇ ਆਪਣੀ-ਆਪਣੀ ਥਾਂ ਤੇ ਫਿੱਟ ਹੋ ਕੇ ਇੱਕ ਪੂਰਾ ਮਤਲਬ ਬਣਾ ਰਹੇ ਨੇ। ਤਾਂ ਹੁਣ ਤੱਕ ਆਪਾਂ ਵਾਕ ਦੇ ਸਾਰੇ ਅੰਦਰੂਨੀ ਪੁਰਜ਼ੇ ਸਮਝ ਲਏ ਨੇ।
ਹੁਣ ਅਗਲਾ ਕਦਮ ਹੈ ਇਹ ਵੇਖਣਾ ਕਿ ਇਨ੍ਹਾਂ ਪੁਰਜ਼ਿਆਂ ਨੂੰ ਜੋੜ ਕੇ ਕਿਹੋ ਜਿਹਾ ਵੱਖ-ਵੱਖ ਡਿਜ਼ਾਈਨ ਜਾਂ ਜਿਵੇਂ ਇੱਥੇ ਲਿਖਿਆ ਹੈ ਆਰਕੀਟੈਕਚਰਲ ਸਟਾਈਲ ਬਣਾਏ ਜਾ ਸਕਦੇ ਨੇ। ਯਾਨੀ ਕਿ ਹੁਣ ਆਪਾਂ ਗੱਲ ਕਰਾਂਗੇ ਵਾਕ ਦੀਆਂ ਕਿਸਮਾਂ ਦੀ। ਸਭ ਤੋਂ ਪਹਿਲਾਂ ਤੇ ਸਭ ਤੋਂ ਬੁਨਿਆਦੀ ਸਟਾਈਲ ਹੈ ਸਧਾਰਨ ਵਾਕ। ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਇਹ ਬਿਲਕੁਲ ਸਿੰਪਲ ਹੁੰਦਾ ਹੈ। ਇਸ ਵਿੱਚ ਸਿਰਫ ਇੱਕ ਹੀ ਮੁੱਖ ਕਿਰਿਆ ਹੁੰਦੀ ਹੈ, ਇੱਕ ਹੀ ਪੂਰਾ ਵਿਚਾਰ ਹੁੰਦਾ ਹੈ। ਬਿਲਕੁਲ ਸਿੱਧੀ ਤੇ ਸਪਸ਼ਟ ਗੱਲ, ਜਿਵੇਂ ਕਿ ਹਰਪਾਲ ਸਿੰਘ ਇੱਕ ਚੰਗੇ ਅਧਿਆਪਕ ਹਨ। ਗੱਲ ਖਤਮ। ਇੱਕ ਵਿਚਾਰ, ਇੱਕ ਵਾਕ। ਦੂਜੇ ਨੰਬਰ ਤੇ ਹੈ ਸੰਯੁਕਤ ਵਾਕ। ਹੁਣ ਇਹ ਥੋੜਾ ਦਿਲਚਸਪ ਹੈ। ਇਸ ਨੂੰ ਐਵੇਂ ਸਮਝੋ ਕਿ ਦੋ ਪੂਰੇ ਸਧਾਰਨ ਵਾਕ ਜੋ ਆਪੇ ਆਪ ਵਿੱਚ ਮੁਕੰਮਲ ਨੇ, ਉਹਨਾਂ ਨੂੰ ਤੇ, ਪਰ ਜਾਂ ਵਰਗੇ ਯੋਜਿਕਾ ਨਾਲ ਜੋੜ ਦਿੱਤਾ ਗਿਆ ਹੈ। ਜਿਵੇਂ ਉਦਾਹਰਣ ਹੈ, ਰਾਮ ਨੇ ਕਵਿਤਾ ਲਿਖੀ ਤੇ ਸ਼ਿਆਮ ਨੇ ਚਿੱਤਰ ਬਣਾਇਆ। ਇੱਥੇ ਰਾਮ ਨੇ ਕਵਿਤਾ ਲਿਖੀ ਵੀ ਪੂਰਾ ਵਾਕ ਹੈ ਤੇ ਸ਼ਿਆਮ ਨੇ ਚਿੱਤਰ ਬਣਾਇਆ ਵੀ। ਦੋ ਬਰਾਬਰ ਦੀਆਂ ਗੱਲਾਂ ਨੂੰ ਬਸ ਜੋੜਿਆ ਗਿਆ ਹੈ। ਤੇ ਤੀਜਾ ਸਟਾਈਲ ਹੈ ਮਿਸ਼ਰਿਤ ਵਾਕ। ਹੁਣ ਇਸ ਵਿੱਚ ਥੋੜਾ ਫਰਕ ਹੈ। ਇੱਥੇ ਦੋ ਬਰਾਬਰ ਦੀਆਂ ਗੱਲਾਂ ਨਹੀਂ ਹੁੰਦੀਆਂ। ਇਸ ਵਿੱਚ ਇੱਕ ਵਾਕ ਮੁੱਖ ਹੁੰਦਾ ਹੈ ਜਿਸ ਨੂੰ ਆਪਾਂ ਪ੍ਰਧਾਨ ਉਪਵਾਕ ਕਹਿੰਦੇ ਹਾਂ ਤੇ ਦੂਜਾ ਉਸ ਤੇ ਨਿਰਭਰ ਕਰਦਾ ਹੈ, ਯਾਨੀ ਅਧੀਨ ਉਪਵਾਕ। ਇਹ ਅਧੀਨ ਵਾਲਾ ਹਿੱਸਾ ਆਪਣੇ ਆਪ ਵਿੱਚ ਪੂਰਾ ਅਰਥ ਨਹੀਂ ਦਿੰਦਾ। ਜਿਵੇਂ ਕਿ ਮੈਂ ਸੋਚ ਰਹੀ ਹਾਂ ਕਿ ਅੱਜ ਕੀ ਬਣਾਇਆ ਜਾਵੇ। ਹੁਣ ਜੇ ਕੋਈ ਸਿਰਫ ਇਹ ਕਹੇ ਕਿ ਅੱਜ ਕੀ ਬਣਾਇਆ ਜਾਵੇ ਤਾਂ ਗੱਲ ਅਧੂਰੀ ਲੱਗੇਗੀ। ਇਸ ਨੂੰ ਪੂਰਾ ਹੋਣ ਲਈ ਪਹਿਲੇ ਮੁੱਖ ਹਿੱਸੇ ਦੀ ਲੋੜ ਹੈ। ਚਲੋ ਹੁਣ ਇਹ ਸਭ ਕੁਝ ਇਕੱਠਾ ਕਰਕੇ ਵੇਖਦੇ ਹਾਂ। ਆਓ ਇਹਨਾਂ ਤਿੰਨਾਂ ਕਿਸਮਾਂ ਦੀ ਇੱਕ ਸਿੱਧੀ ਤੁਲਨਾ ਕਰੀਏ ਤਾਂ ਕਿ ਜੇ ਕੋਈ ਥੋੜੀ ਬਹੁਤ ਉਲਝਣ ਹੈ ਵੀ ਤਾਂ ਉਹ ਬਿਲਕੁਲ ਦੂਰ ਹੋ ਜਾਵੇ। ਧਿਆਨ ਨਾਲ ਦੇਖੋ, ਇਸ ਟੇਬਲ ਵਿੱਚ ਸਾਰਾ ਨਿਚੋੜ ਹੈ। ਸਧਾਰਨ ਵਾਕ, ਇੱਕ ਮੁੱਖ ਵਿਚਾਰ, ਕੋਈ ਯੋਜਕ ਨਹੀਂ, ਬੱਚਾ ਸਕੂਲ ਜਾਂਦਾ ਹੈ। ਸੰਯੁਕਤ ਵਾਕ, ਦੋ ਜਾਂ ਵੱਧ ਪਰ ਬਰਾਬਰ ਦੇ ਸੁਤੰਤਰ ਵਿਚਾਰ ਜਿਹੜੇ ਤੇ ਪਰ ਵਰਗੇ ਯੋਜਕਾਂ ਨਾਲ ਜੁੜੇ ਨੇ। ਰਾਮ ਖੇਡਦਾ ਹੈ ਤੇ ਸ਼ਾਮ ਪੜ੍ਹਦਾ ਹੈ। ਤੇ ਮਿਸ਼ਰਤ ਵਾਕ, ਇੱਕ ਮੁੱਖ ਵਿਚਾਰ ਤੇ ਇੱਕ ਉਸ ਤੇ ਨਿਰਭਰ ਕਰਨ ਵਾਲਾ ਅਧੀਨ ਵਿਚਾਰ ਜਿਹੜੇ ਕੀ ਜਿਹੜਾ ਵਰਗੇ ਯੋਜਕਾਂ ਨਾਲ ਜੁੜੇ ਨੇ। ਮੈਂ ਜਾਣਦਾ ਹਾਂ ਕਿ ਉਹ ਇਮਾਨਦਾਰ ਹੈ। ਤਾਂ ਸਾਰੀ ਖੇਡ ਵਿਚਾਰਾਂ ਦੀ ਗਿਣਤੀ ਤੇ ਉਹਨਾਂ ਨੂੰ ਜੋੜਨ ਵਾਲੇ ਯੋਜਕ ਦੀ ਕਿਸਮ ਤੇ ਨਿਰਭਰ ਕਰਦੀ ਹੈ। ਤਾਂ ਇਹ ਸੀ ਪੰਜਾਬੀ ਵਾਕ ਦਾ ਪੂਰਾ ਬਲੂਪ੍ਰਿੰਟ, ਉਸਦੀ ਬਣਤਰ ਦਾ ਨਕਸ਼ਾ। ਪਰ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਹਾਂ। ਜੇਕਰ ਵਾਕ ਦਾ ਮੁੱਢਲਾ ਢਾਂਚਾ ਯਾਨੀ ਸਬਜੈਕਟ, ਵਰਬ, ਆਬਜੈਕਟ ਦੁਨੀਆ ਦੇ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਮਿਲਦਾ ਜੁਲਦਾ ਹੀ ਹੈ, ਤਾਂ ਫਿਰ ਉਹ ਕਿਹੜੀ ਚੀਜ਼ ਹੈ ਜੋ ਇੱਕ ਭਾਸ਼ਾ ਨੂੰ ਉਸਦਾ ਆਪਣਾ ਵਿਲੱਖਣ ਰੰਗ, ਉਸਦਾ ਖਾਸ ਚਰਿੱਤਰ ਦਿੰਦੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਸਿਰਫ ਵਿਆਕਰਣ ਦੇ ਨਿਯਮਾਂ ਤੋਂ ਪਾਰ ਭਾਸ਼ਾ ਦੀ ਅਸਲ ਰੂਹ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ।